ਵਾਹਿਗੁਰੂ ਜੀ। ਰਾਗ ਗੌਂਡ ਬਾਣੀ ਰਵਿਦਾਸ ਜੀਓ ਕੀ ਕਾਰ ਦੂਜਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਮੁਕੰਦ ਮੁਕੰਦ ਜਪਹੁ ਸੰਸਾਰ, ਬਿਨ ਮੁਕੰਦ ਤਨ ਹੋਇਓ ਹਾਰ। ਸੋਈ ਮੁਕੰਦ ਮੁਕਤ ਕਾ ਦਾਤਾ, ਸੋਈ ਮੁਕੰਦ ਹਮਰਾ ਪਿਤ ਮਾਤਾ। ਜੀਵਤ ਮੁਕੰਦੇ ਮਰਤ ਮੁਕੰਦੇ, ਤਾਕੇ ਸੇਵਕ ਕੋ ਸਦਾ ਆਨੰਦੀ। ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਨੰ, ਜਪ ਮੁਕੰਦ ਮਸਤਕ ਨਿਸ਼ਾਨੰ। ਸੇਵ ਮੁਕੰਦ ਕਰੈ ਵੈਰਾਗੀ, ਸੋਈ ਮੁਕੰਦ ਦੁਰਵਲ ਧਨ ਲਾਦੀ। ਏਕ ਮੁਕੰਦ ਕਰੈ ਉਪਕਾਰ, ਹਮਰਾ ਕਹਾ ਕਰੈ ਸੰਸਾਰ। ਮਿਟੀ ਜਾਤ ਹੋਏ ਦਰਬਾਰ, ਤੁਹੀ ਮੁਕੰਦ ਜੁਗ ਜੋਗ ਜੁਗ ਤਾਰ। ਉਪਜਿਉ ਗਿਆਨ ਹੁਆ ਪਰਗਾਸ, ਕਰ ਕਿਰਪਾ ਲੀਨੇ ਕੀਟ ਦਾਸ। ਕਹੋ ਰਵਿਦਾਸ ਅਬ ਤ੍ਰਿਸ਼ਨਾ ਚੁਕੀ, ਜਪ ਮੁਕੰਦ ਸੇਵਾ ਤਾਹੂ ਕੀ। ਚਬਰ ਛਤਰ ਤਖਤ ਦੇ ਮਾਲਕ, ਸਮੁੱਚੀ ਮਾਨਵਤਾ ਦੇ ਰਹਿਬਰ ਬਾਲੀਏ ਕੁਲ ਆਲਮ, ਦੋ ਜਹਾਨਾਂ ਦੇ ਬਾਲੀ, ਅੰਮ੍ਰਿਤ ਕੇ ਮਜਸਮੇ ਸੱਚ ਦੇ ਉਪਦੇਸ਼ਕ, ਸਰਬ ਸਾਂਝੀਵਾਲਤਾ ਦਾ ਸਿਧਾਂਤ ਦੇਣ ਵਾਲੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ, ਦੀਨਾ ਬੰਧੂ, ਕਿਰਪਾ ਦੇ ਘਰ, ਦਇਆ ਦੇ ਮਾਲਕ ਪਾਤਸ਼ਾਹ, ਅਨਾਥਾਂ ਦੇ ਨਾਥ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਾਹਿਬ ਦੀ ਹਜ਼ੂਰੀ ਅੰਦਰ ਸੁਭਾਈਮਾਨ ਇਕੱਤਰ ਹੋਏ ਸਤਸੰਗੀ ਜਨੋਂ ਵਡਭਾਗੇ। ਗੁਰ ਹਜ਼ੂਰੀ ਵਿੱਚ ਗੁਰਬਖਸ਼ੇ ਉਦਮ ਸਦਕਾ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਭਰ ਕਰਕੇ ਸਮੁੱਚੇ ਜੀਵਨ ਨੂੰ ਸਫਲ ਕਰਨ ਦਾ ਸਫਲ ਯਤਨ ਪੇ ਕਰ ਰਹੇ ਹੋ। ਗੁਰੂ ਸਵਾਰਿਆਂ ਦੀ ਰਸਨਾ ਤੋਂ ਆਪ ਸਰਬਤ ਸ਼ਬਦ ਕੀਰਤਨ ਸਰਵਨ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੀ। ਸਤਿਗੁਰੂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਬਾਬਾਨੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਦੇ ਮਹਾਵਾਕ ਅਨੁਸਾਰ ਨਾਨਕ ਵੇੜੀ ਸੱਚ ਕੀ ਤਰੀਏ ਗੁਰ ਵਿਚਾਰ। ਸਤਿਗੁਰਾਂ ਦੇ ਪਾਵਨ ਉਪਦੇਸ਼ ਨੂੰ ਦ੍ਰਿੜ ਕਰਦੇ ਹੋਏ ਸਮਾਂ ਹੋਇਆ ਹੈ। ਪਾਵਨ ਸਥਾਨ ਦੇ ਉੱਪਰ ਚੱਲ ਰਹੀ ਭਗਤ ਰਵਿਦਾਸ ਜੀ, ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਜੋ 40 ਸ਼ਬਦ ਹਨ, ਉਹਨਾਂ ਸ਼ਬਦਾਂ ਦੇ ਵਿੱਚੋਂ ਆਪਾਂ ਨਿਤ ਰੋਜ਼ ਇੱਕ ਸ਼ਬਦ ਵਿਚਾਰਦੇ ਆ ਰਹੇ ਹਾਂ। ਬਿਲਾਵਲ ਰਾਗ ਦੇ ਸ਼ਬਦ ਆਪਾਂ ਕੱਲ ਰੋਜ਼ ਤੱਕ ਵਿਚਾਰੇ ਨੇ। ਆਓ ਅੱਜ ਦਾ ਜੋ ਮੁਬਾਰਕ ਸ਼ਬਦ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 875 ਦੇ ਉੱਪਰ ਰਾਗ ਗੌਂਡ ਦੇ ਵਿੱਚ ਇਹ ਭਗਤ ਜੀ ਦਾ ਸ਼ਬਦ ਦਰਜ ਹੈ, ਜਿਸ ਦਾ ਮੂਲ ਪਾਠ ਹੁਣੇ ਆਪ ਜੀ ਸ਼ਰਵਨ ਕਰ ਰਹੇ ਸੀ। ਆਓ
ਇਸ ਮੁਬਾਰਕ ਸ਼ਬਦ ਦੀ ਵਿਚਾਰ ਨਾਲ ਜੁੜੀਏ। ਦੋ ਸ਼ਬਦ ਇਸ ਰਾਗ ਦੇ ਵਿੱਚ ਭਗਤ ਜੀ ਦੇ ਹਨ। ਪਹਿਲਾ ਸ਼ਬਦ ਰਾਗ ਗਾਉਣ ਦਾ ਭਗਤ ਜੀ ਦਾ। ਆਓ ਇਸ ਮੁਬਾਰਕ ਸ਼ਬਦ ਨੂੰ ਵਿਚਾਰਨ ਦਾ ਯਤਨ ਕਰੀਏ। ਪਾਵਨ ਸ਼ਬਦ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰਮਰਿਆਦਾ ਅਨੁਸਾਰ ਗੁਰਬਖਸ਼ੀ ਫਤਿਹ ਪ੍ਰਵਾਨ ਕਰੋ। ਬਖਸ਼ੋ ਅਸੀਸ, ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਜੋ ਸ਼ਬਦ ਹੈ, ਇਸ ਦਾ ਸਿਰਲੇਖ ਹੈ ਰਾਗ ਗੌਂਡ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ। ਰਾਗ ਦਾ ਨਾਮ ਹੈ ਗੌਂਡ, ਔਰ ਜੋ ਇਹ ਸ਼ਬਦ ਹੈ ਇਹ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਔਰ ਨਾਲ ਦਰਜ ਕੀਤਾ ਘਰ ਦੂਜਾ। ਗੁਰਬਾਣੀ ਦੇ ਵਿੱਚ ਜਦੋਂ ਘਰਾਂ ਦੀ ਗਿਣਤੀ ਨੂੰ ਪੜ੍ਹੀਏ, ਘਰ ਸ਼ਬਦ ਜਿਹੜਾ ਹੈ ਇਹ ਤਬਲੇ ਦੇ ਤਾਲ ਦੇ ਨਾਲ ਸੰਬੰਧ ਰੱਖਦਾ ਵਾ। ਇਹ ਸ਼ਬਦ ਗੁਰੂ ਕੇ ਕੀਰਤਨੀਏ ਜਦੋਂ ਇਸ ਸ਼ਬਦ ਨੂੰ ਗਾਇਨ ਕਰਨਗੇ ਤਾਂ ਉਹਨਾਂ ਨੂੰ ਇੱਕ ਹਦਾਇਤ ਦਿੱਤੀ ਗਈ ਹੈ ਵੀ ਇਸ ਨੂੰ ਇਸ ਘਰ ਦੇ ਵਿੱਚ ਗਾਇਨ ਕਰਨਾ ਵਾ। ਔਰ ਗੁਰਬਾਣੀ ਦੇ ਵਿੱਚ ਸਾਨੂੰ ਕਈ ਐਸੇ ਸ਼ਬਦ ਮਿਲਦੇ ਆ। ਪੜਤਾਲ ਸ਼ਬਦ ਮਿਲਦਾ ਵਾ, ਘਰ ਸ਼ਬਦ ਮਿਲਦਾ ਵਾ, ਇਸ ਤਰ੍ਹਾਂ ਅਨੇਕਾਂ ਸ਼ਬਦ ਪ੍ਰਾਪਤ ਹੁੰਦੇ ਆ। 17 ਘਰ ਜਿਹੜੇ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ 17 ਘਰਾਂ ਦੀ ਗਿਣਤੀ ਜਿਹੜੀ ਹੈ ਉਹ ਸਾਨੂੰ ਮਿਲਦੀ ਹੈ। ਤੇ ਇੱਥੇ ਜ਼ਿਕਰ ਕੀਤਾ ਘਰ ਦੂਜਾ, ਵੀ ਇਸ ਮੁਬਾਰਕ ਸ਼ਬਦ ਨੂੰ ਦੂਜੇ ਘਰ ਦੇ ਵਿੱਚ ਗਾਇਨ ਕਰਨਾ ਹੈ। ਅੱਗੇ ਸੰਖੇਪ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਸੰਖੇਪ ਰੂਪ ਦੇ ਵਿੱਚ ਮੂਲ ਮੰਤਰ ਜਿਹੜਾ ਹੈ ਉਹ ਦਰਜ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਰਬ ਵਿਆਪਕ ਪਰਮੇਸ਼ਰ ਉਹ ਇੱਕ ਹੈ। ਉਹ ਸੱਤਾ ਸਦਾ ਕਾਇਮ ਰਹਿਣ ਵਾਲੀ ਹੈ, ਸਦੀਵੀ ਹੋਂਦ ਵਾਲੀ ਹੈ। ਔਰ ਗੁਰੂ ਦੀ ਕਿਰਪਾ ਦੇ ਨਾਲ ਸੱਜਣਾ ਉਹਦੇ ਨਾਲ ਤੂੰ ਇੱਕ ਮਿਕ ਹੋ ਸਕਦਾ, ਉਹਦੇ ਨਾਲ ਤੇਰਾ ਮਿਲਾਪ ਹੋ ਸਕਦਾ ਵਾ। ਜਦੋਂ ਪਰਮੇਸ਼ਰ ਦੇ ਨਾਲ ਮਿਲਾਪ ਦੀ ਗੁਰੂ ਕੇ ਬਚਨਾਂ ਨੇ ਗੱਲ ਕੀਤੀ ਤਾਂ ਸਾਹਿਬ ਨੇ ਕਿਹਾ ਅੱਜ ਦਾ ਜੋ ਮੁਬਾਰਕ ਮਹੀਨੇ ਦੀ ਆਰੰਭਤਾ ਹੋਈ ਹੈ ਫੱਗਣ, ਇਸ ਮਹੀਨੇ ਦੇ ਵਿੱਚ ਸਾਹਿਬ ਨੇ ਇੱਕ ਜ਼ਿਕਰ ਕੀਤਾ ਸੰਤ ਸਹਾਈ ਰਾਮ ਕੀ। ਜਿਹੜੇ ਸੰਤ ਜਨ ਨੇ, ਸਤਸੰਗੀ ਜਨ ਨੇ, ਜਿਹੜੇ ਤੈਨੂੰ ਉਸ ਪਰਮੇਸ਼ਰ ਦੇ ਨਾਲ ਸਿਫਤ ਸਲਾਹ ਕਰਕੇ ਉਹਦੇ ਨਾਲ ਮਿਲਾਪ ਕਰਵਾ ਸਕਦੇ ਹੈ, ਤੂੰ ਉਹਨਾਂ ਦਾ ਸੰਗ ਕਰ ਕਿਰਪਾ ਦੀਆ ਮਿਲਾਈ। ਉਹਦੇ ਵਿੱਚ ਜ਼ਿਕਰ ਹੈ ਭਾਵ ਜੇ ਚਾਹੁੰਦਾ ਮਾਂ ਪਰਮੇਸ਼ਰ ਦੇ ਨਾਲ ਇੱਕਮਿਕ ਹੋਣਾ ਤਾਂ ਉਹਦੇ ਲਈ ਗੁਰੂ ਇੱਕ ਵਿਚੋਲੇ ਦਾ ਕੰਮ ਕਰਦਾ ਵਾ। ਗੁਰੂ ਦੀ ਰਹਿਮਤ ਸਦਕਾ, ਮਿਹਰ ਸਦਕਾ, ਗੁਰੂ ਕੇ ਆਖੇ ਬਚਨਾਂ ਦੀ ਜਦੋਂ ਜੀਵਨ 'ਚ ਕਮਾਈ ਕਰੇਗਾ ਸੱਜਣਾ, ਤੇਰਾ ਉਹਦੇ ਨਾਲ ਮਿਲਾਪ ਹੋ ਸਕਦਾ। ਸਾਹਿਬ ਜ਼ਿਕਰ ਕਰਦੇ ਆ ਹਰ ਦਰਗਾਹ ਕਾ ਵਸੀਠ। ਸਾਹਿਬ ਨੇ ਜ਼ਿਕਰ ਕੀਤਾ ਨਾ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ। ਗੁਰੂ ਵਿਛੜਿਆ ਹੋਇਆਂ ਨੂੰ ਜਿਹੜਾ ਹੈ ਮਿਲਾਉਂਦਾ ਵਾ। ਅੱਗੇ ਵੀ ਅਕਸਰ ਆਪਾਂ ਗੱਲ ਕਰਦੇ ਹੁੰਦੇ ਹਾਂ ਵੀ ਗੁਰੂ ਸਾਨੂੰ ਸਮਝਾਉਂਦਾ ਵਾ, ਗੁਰੂ ਸਾਨੂੰ ਪਰਮੇਸ਼ਰ ਤੱਕ ਪਹੁੰਚਾਉਂਦਾ ਵਾ, ਉਹਦੇ ਨਾਲ ਮਿਲਾਉਂਦਾ ਵਾ। ਗੁਰੂ ਸਾਡੀ ਜਿਹੜੀ ਹੈ ਰਾਖੀ ਕਰਦਾ ਵਾ। ਤੇ ਇੱਕ ਰੱਬੀ ਬਚਨ ਜਿਹਦੇ ਵਿੱਚ ਸਾਹਿਬ ਨੇ ਗੁਰੂ ਦੇ ਬਾਬਤ ਇੱਕ ਜ਼ਿਕਰ ਕੀਤੇ ਵੀ ਗੁਰੂ ਨੂੰ ਮਿਲ ਕੇ ਤੇਰੇ ਜੀਵਨ ਦੇ ਵਿੱਚ ਕੀ ਕੀ ਪ੍ਰਾਪਤੀ ਹੁੰਦੀ ਹੈ। ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਜੇ ਚਾਹੁੰਨਾ ਤੇਰਾ ਆਚਰਨ ਉੱਚਾ ਹੋ ਜਾਵੇ, ਜੇ ਚਾਹੁੰਨਾ ਵਾ ਤੇਰਾ ਆਚਰਨ ਉੱਚਾ ਹੋਵੇ, ਚੰਗਾ ਕਰੈਕਟਰ ਹੋਵੇ, ਚੰਗਾ ਜੀਵਨ ਹੋਵੇ ਤੇਰਾ, ਤੇ ਉਹਦੇ ਲਈ ਸਾਹਿਬ ਨੇ ਕਿਹਾ ਤੂੰ ਗੁਰੂ ਨੂੰ ਮਿਲ। ਤੇ ਸਾਡਾ ਗੁਰੂ ਕੌਣ ਹੈ ਜੀ? ਸ਼ਬਦ। ਸ਼ਬਦ ਵਿੱਚ ਕੀ ਪ੍ਰਾਪਤ ਹੁੰਦਾ? ਗਿਆਨ, ਉਪਦੇਸ਼। ਤੇ ਮਾਲਕ ਨੇ ਕਿਹਾ ਗੁਰ ਮਿਲ ਚੱਜ, ਜ਼ਿੰਦਗੀ ਨੂੰ ਜਿਉਣ ਦਾ ਚੱਜ ਗੁਰੂ ਤੋਂ ਸਿੱਖ ਲੈ। ਆਚਾਰ, ਆਚਾਰ ਤੋਂ ਭਾਵ ਆਚਰਨ ਸੋਹਣਾ ਕਰ। ਸਿੱਖ ਤੋਂ ਭਾਵ ਸਿੱਖਿਆ। ਗੁਰੂ ਦੀ ਸਿੱਖਿਆ ਜਦੋਂ ਪ੍ਰਾਪਤ ਕਰੇਗਾ ਤੇਰਾ ਜੀਵਨ ਨੂੰ ਜਿਉਣ ਦਾ ਚੱਜ ਤੈਨੂੰ ਪਤਾ ਲੱਗੇਗਾ, ਤੇਰਾ ਆਚਰਨ ਉੱਚਾ ਹੋਵੇਗਾ ਜਦੋਂ ਗੁਰੂ ਦੀ ਸਿੱਖਿਆ ਨੂੰ ਧਾਰਨ ਕਰੇਗਾ। ਗੁਰ ਮਿਲ ਚੱਜ ਆਚਾਰ ਸਿੱਖ। ਅੱਗੇ ਜ਼ਿਕਰ ਕੀਤਾ ਜਿੱਦਣ ਇਹ 3 ਕਰਮ ਤੇਰੇ ਜੀਵਨ 'ਚ ਹੋਏ, ਸਾਹਿਬ ਕਿਹਾ ਤੁਧ ਕਦੇ ਨਾ ਲੱਗੇ ਦੁੱਖ। ਭਾਵ ਦੁੱਖ ਵਿੱਚ ਡੋਲੇਗਾ ਨਹੀਂ, ਦੁੱਖ ਦੇ ਵਿੱਚ ਡੋਲੇਗਾ ਨਹੀਂ, ਜਿੱਡਾ ਮਰਜ਼ੀ ਦੁੱਖ ਤੇਰੇ ਜੀਵਨ 'ਚ ਆਵੇ। ਸੋ ਸਾਹਿਬ ਕਹਿ ਰਹੇ ਨੇ ਸੱਜਣਾ ਉਸ ਪਰਮੇਸ਼ਰ ਦੇ ਨਾਲ ਮਿਲਾਪ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਹੀ ਹੋ ਸਕਦਾ ਵਾ। ਤੇ ਅੱਜ ਦੇ ਸ਼ਬਦ ਵਿੱਚ ਮੁਕਤੀ ਦਾਤਾ ਪਰਮੇਸ਼ਰ ਨੂੰ ਕਿਹਾ ਗਿਆ ਵਾ। ਇੱਥੇ ਸ਼ਬਦ ਵਰਤਿਆ ਭਗਤ ਜੀ ਨੇ ਜੀਵਤ ਮੁਕੰਦੇ,
ਮੁਕਤ ਮੁਕੰਦੇ ਤਾਕੇ ਸੇਵਕ ਕੋ ਸਦਾ ਆਨੰਦੇ। ਮੁਕੰਦ ਸ਼ਬਦ ਵਰਤਿਆ ਗਿਆ ਜੀ ਪਰਮੇਸ਼ਰ ਦੇ ਲਈ। ਗੁਰੂ ਕੇ ਬਚਨਾਂ ਦੇ ਵਿੱਚ ਬੇਅੰਤ ਨਾਮ ਉਸ ਪਰਮੇਸ਼ਰ ਦੇ ਆਉਂਦੇ ਆ। ਬੀਠਲ ਕਿਹਾ ਗਿਆ, ਠਾਕੁਰ ਕਿਹਾ ਗਿਆ, ਰਾਮ ਕਿਹਾ ਗਿਆ, ਕਰੀਮ ਕਿਹਾ ਗਿਆ। ਬੇਅੰਤ ਨਾਮ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਸ ਪਰਮੇਸ਼ਰ ਦੇ ਬਾਬਤ ਮਿਲਦੇ ਹੈ। ਜਦੋਂ ਉਹਦੇ ਸੁਭਾਅ ਨੂੰ ਦੇਖਿਆ ਵੀ ਉਹ ਬੜੀ ਕਿਰਪਾ ਦਾ ਘਰ ਹੈ ਤਾਂ ਉਹਨੂੰ ਕਿਰਪਾਲੂ ਕਹਿ ਦਿੱਤਾ, ਦਇਆ ਦਾ ਘਰ ਹੈ ਦਿਆਲੂ ਕਹਿ ਦਿੱਤਾ। ਇਸ ਤਰ੍ਹਾਂ ਬੇਅੰਤ ਨਾਮ ਨੇ, ਠਾਕੁਰ ਵੀ ਕਿਹਾ ਵਾ। ਬੇਅੰਤ ਇਸ ਤਰ੍ਹਾਂ ਦੇ ਨਾਮ ਜਿਹੜੇ ਸਾਨੂੰ ਮਿਲਦੇ ਆ। ਅੱਜ ਦੇ ਸ਼ਬਦ ਵਿੱਚ ਭਗਤ ਜੀ ਮੁਕੰਦੇ ਸ਼ਬਦ ਵਰਤ ਰਹੇ ਨੇ। ਉਹ ਮੁਕੰਦ ਹੈ ਭਾਵ ਮੁਕਤੀ ਦਾਤਾ ਵਾ। ਇੱਥੇ ਭਗਤ ਜੀ ਇਹ ਗੱਲ ਨਹੀਂ ਕਰ ਰਹੇ ਕਿ ਬੰਦਿਆ ਜੀਵਨ ਤੋਂ ਬਾਅਦ ਜਦੋਂ ਸੰਸਾਰ ਤੋਂ ਤੂੰ ਚਲਿਆ ਗਿਆ ਤੈਨੂੰ ਉਹ ਉਦੋਂ ਮੁਕਤ ਕਰੇਗਾ। ਗੁਰਮਤ ਨੇ ਇਸ ਗੱਲ ਦੀ ਹਾਮੀ ਜੇ ਨਹੀਂ ਭਰੀ। ਗੁਰਮਤ ਇਹ ਗੱਲ ਨੂੰ ਕਦੇ ਨਹੀਂ ਜੇ ਮੰਨਦੀ ਵੀ ਬੰਦਾ ਜਿਹੜਾ ਹੈ ਇਹ ਮਰਨ ਤੋਂ ਬਾਅਦ ਮੁਕਤ ਹੁੰਦਾ ਵਾ। ਨਹੀਂ, ਸਾਹਿਬ ਨੇ ਇਹ ਗੱਲ ਕਿਤੇ ਨਹੀਂ ਜੇ ਆਖੀ ਵੀ ਬੰਦਿਆ ਤੂੰ ਮਰਨ ਤੋਂ ਬਾਅਦ ਮੁਕਤ ਹੋ ਸਕਦਾ। ਨਹੀਂ, ਸਾਹਿਬ ਆਖਦੇ ਵੀ ਨੇ ਮਰਨ ਮੁਕਤ ਕਿਨੇ ਪਾਈ ਹੈ। ਹਾਂ, ਇਨਸਾਨ ਦੇ ਬਾਬਤ ਸਾਹਿਬ ਨੇ ਇੱਕ ਜ਼ਿਕਰ ਕੀਤੇ ਵੀ ਬੰਦਿਆ ਤੇ ਕਰਮਾਂ ਦਾ ਹਿਸਾਬ ਕਿਤਾਬ ਇੱਥੇ ਹੀ ਹੈ, ਪਰ ਮਤਾ ਇਹ ਮਨ ਵਿੱਚ ਭੁਲੇਖਾ ਰੱਖੇ ਵੀ ਮੌਤ ਤੋਂ ਬਾਅਦ ਤੂੰ ਮੁਕਤ ਹੋ ਸਕਦਾ ਨਹੀਂ। ਜਿਉਂਦੇ ਜੀ ਇਹਨਾਂ ਜਿਹੜੇ ਬੰਧਨਾਂ ਦੇ ਵਿੱਚ ਤੂੰ ਪਿਆ ਹੋਇਆ ਨਾ, ਤੇਰੇ ਜੀਵਨ ਵਿੱਚ ਸਬਰ ਨਹੀਂ ਹੈ, ਤੇਰੇ ਜੀਵਨ 'ਚ ਸੰਤੋਖ ਨਹੀਂ ਹੈ, ਤੇਰੇ ਜੀਵਨ 'ਚ ਧਰਮ ਨਹੀਂ ਹੈ, ਤੇਰੇ ਜੀਵਨ 'ਚ ਸੱਚ ਨਹੀਂ, ਸੱਤ ਨਹੀਂ, ਸੰਤੋਖ ਨਹੀਂ, ਦਇਆ ਨਹੀਂ। ਇਹ ਸਭ ਕੁਝ ਤੇਰੇ ਜੀਵਨ 'ਚ ਨਹੀਂ, ਇਸ ਕਰਕੇ ਤੂੰ ਬੰਧਨਾਂ 'ਚ ਪਿਆ ਹੋਇਆ। ਇਹਨਾਂ ਤੋਂ ਮੁਕਤ ਹੋ ਜਾ। ਇਹਨਾਂ ਤੋਂ ਮੁਕਤ ਹੋਣ ਦੇ ਲਈ ਗੁਰੂ ਕੇ ਬਚਨ ਕਹਿੰਦੇ ਆ ਮਰਨ ਮੁਕਤ ਕਿਨੇ ਪਾਈ। ਕਿਹਨੇ ਪਾਇਆ? ਮੁਕਤੀ ਤੋਂ ਬਾਅਦ, ਮਰਨ ਤੋਂ ਬਾਅਦ ਕੋਈ ਆ ਕੇ ਦੱਸਦਾ ਥੋੜ੍ਹੀ ਹੈ ਵੀ ਮੈਂ ਮੁਕਤ ਹੋ ਗਿਆ। ਹਾਲਾਂਕਿ ਲੋਕ ਧਾਰਨਾਵਾਂ ਬਣਾ ਲੈਂਦੇ ਨੇ, ਜਿਹਦੇ ਵੱਲ ਦੇਖਦੇ ਨੇ ਵੀ ਉਹ ਬੜੇ ਧਰਮੀ ਕਰਮ ਕਰਦਾ, ਇਹ ਇੱਕ ਸੋਨੇ ਦੀ ਪੌੜੀ ਲਾ ਕੇ ਸਵਰਗ ਦੇ ਵਿੱਚ ਇਹਨੂੰ ਥਾਂ ਮਿਲ ਗਈ। ਇੱਦਾਂ ਦੀਆਂ ਧਾਰਨਾ ਸੰਸਾਰ ਦੇ ਲੋਕਾਂ ਬਣਾਈਆਂ ਹੋਈਆਂ। ਪਰ ਜਦੋਂ ਗੁਰਮਤ ਨੇ ਗੱਲ ਕੀਤੀ, ਸਾਹਿਬ ਨੇ ਕਿਹਾ ਸੱਜਣਾ ਜਿਹੜੇ ਉਸ ਰੱਬ ਪਰਮੇਸ਼ਰ ਨੂੰ ਯਾਦ ਕਰਨ ਵਾਲੇ ਨੇ ਉਹ ਜਿਉਂਦੇ ਜੀ ਸੰਸਾਰ ਤੋਂ ਮੁਕਤ ਹੋ ਕੇ ਜਾਂਦੇ ਆ। ਉਹਨਾਂ ਦੇ ਉੱਪਰ ਬੰਧਨ ਨਹੀਂ ਆਪਣਾ ਪ੍ਰਭਾਵ ਪਾਉਂਦੇ, ਉਹ ਬੰਧਨਾਂ ਦੇ ਵਿੱਚ ਨਹੀਂ ਪੈਂਦੇ। ਉਹਨਾਂ ਦੇ ਕਰਮ ਇੰਦਰੇ ਆਜ਼ਾਦ ਹੁੰਦੇ ਨੇ। ਉਹਨਾਂ ਦੇ ਕਰਮ ਇੰਦਰੇ ਧਰਮ ਨੂੰ ਆਪਣੇ ਜੀਵਨ 'ਚ ਅਪਣਾਉਂਦੇ, ਨਿਯਮ ਦੇ ਵਿੱਚ, ਇੱਕ ਮਰਿਆਦਾ ਦੇ ਵਿੱਚ ਚੱਲਦੇ ਆ। ਹੁਣ ਸਾਹਿਬ ਨੇ ਇੱਕ ਜ਼ਿਕਰ ਕੀਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਕੇ ਸੇਵਕ ਕੋ ਸਦਾ ਆਨੰਦੇ। ਇੱਕ ਜਿਹੜਾ ਹੈ ਆਮ ਜਿਹਾ ਸ਼ਬਦ ਮੁਹਾਵਰਾ ਜਿਹਾ ਵਰਤਿਆ ਜਾਂਦਾ ਵੀ ਇਹਨੂੰ ਜਿਉਂਦੇ ਨੂੰ ਰੱਬ ਨਹੀਂ ਭੁੱਲਿਆ, ਇਹਨੂੰ ਮਰੇ ਨੂੰ ਕਿੱਥੇ ਭੁੱਲ ਜਾਵੇਗਾ। ਇਸੇ ਮੁਹਾਵਰੇ ਨੂੰ ਇਸ ਮੁਬਾਰਕ ਸ਼ਬਦ ਵਿੱਚ ਭਗਤ ਜੀ ਵਰਤ ਰਹੇ ਨੇ। ਭਗਤ ਜੀ ਆਖਦੇ ਨੇ ਜਿਹੜਾ ਉਸ ਮੁਕਤੀ ਦਾਤੇ ਪਰਮੇਸ਼ਰ ਨੂੰ ਚੇਤੇ ਕਰਦਾ ਵਾ ਨਾ, ਉਹ ਸਦਾ ਚੇਤੇ ਕਰਦਾ। ਉਹ ਇਕੱਲਾ ਅੱਜ ਨਹੀਂ, ਉਹ ਸਦਾ ਚੇਤੇ ਕਰਦਾ, ਹਰ ਵਕਤ ਚੇਤੇ ਕਰਦਾ। ਜਿਹਨੂੰ 8 ਪਹਿਰ ਦੀ ਗੱਲ ਵੀ ਕਹੇਗੀ, 8 ਪਹਿਰ ਧਿਆਈ ਹੈ। ਜਾਂ ਸਾਹਿਬ ਕਹਿੰਦੇ ਨੇ ਵੀ ਆਨ ਦਿਨ ਸੁਕ੍ਰਿਤ ਕਰੀਏ, ਜਾਂ ਸਾਹਿਬ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ ਊਠਤ ਬੈਠਤ ਸੋਬਤ ਧਿਆਈਏ। ਸਾਹਿਬ ਆਖਦੇ ਨੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਉਹ ਰੱਬ ਦਾ ਚੇਤਾ ਉਹਨਾਂ ਨੂੰ ਨਹੀਂ ਜੇ ਭੁੱਲਦਾ ਜਿਹੜੇ ਉਹਦੇ ਪ੍ਰੇਮ ਦੇ ਵਿੱਚ ਬੱਝੇ ਹੁੰਦੇ ਨੇ ਅਤੇ ਉਹਦਾ ਚਿੰਤਨ, ਉਹਦਾ ਸਿਮਰਨ ਸਦਾ ਕਰਦੇ ਨੇ। ਇਸ ਸੰਸਾਰ ਵਿੱਚ ਬੜੇ ਦੇਖੇ ਜਾ ਸਕਦੇ ਹੈ ਜਿਨ੍ਹਾਂ ਰੱਬ ਦੀ ਇਬਾਦਤ ਕੀਤੀ, ਉਹਨਾਂ ਦਾ ਜੀਵਨ ਦੇ ਵਿੱਚ ਜਿਹੜਾ ਫੱਗਣ ਦਾ ਮਹੀਨਾ ਵਾ, ਇਹਦੇ ਵਿੱਚ ਸਾਹਿਬ ਨੇ ਸ਼ਬਦ ਵਿੱਚ ਇੱਕ ਗੱਲ ਆਖੀ ਬਈ ਉਹਨਾਂ ਦਾ ਅੰਦਰ ਸੱਚ ਨਾਲ ਭਰਿਆ ਹੁੰਦਾ, ਝੂਠ ਦੀ ਕਿਤੇ ਜਗ੍ਹਾ ਨਹੀਂ ਜੇ ਹੁੰਦੀ। ਇਸੇ ਤਰ੍ਹਾਂ ਜਿਹੜੇ ਉਸ ਮੁਕਤੀ ਦਾਤੇ ਨੂੰ ਚੇਤੇ ਕਰਦੇ ਹੈ ਨਾ, ਉਹ ਹਰ ਵਕਤ ਯਾਦ ਕਰਦੇ ਹੈ, ਸੰਸਾਰ ਦੇ ਝਮੇਲਿਆਂ ਤੋਂ ਬੜਾ ਉਪਰਾਮ ਹੋ ਕੇ ਜੀਵਨ ਬਤੀਤ ਕਰਦੇ ਹੈ। ਸਾਹਿਬ ਕਹਿ ਰਹੇ ਨੇ ਜੀਵਤ ਮੁਕੰਦੇ ਮਰਤ ਮੁਕੰਦੇ ਤਾਕੇ ਸੇਵਕ ਕੋ ਸਦਾ ਆਨੰਦੇ। ਇੱਕ ਸ਼ਬਦ ਵਰਤਿਆ ਜਾਂਦਾ ਵੀ ਮੈਂ ਬੜਾ ਆਨੰਦ ਵਿੱਚ ਹਾਂ, ਮੈਂ ਬੜਾ ਚੜ੍ਹਦੀ ਕਲਾ ਦੇ ਵਿੱਚ ਹਾਂ। ਪਰ ਉਹੀਓ ਆਨੰਦ, ਉਹੀਓ ਚੜ੍ਹਦੀ ਕਲਾ ਪਤਾ ਨਹੀਂ ਲੱਗਦਾ ਬੰਦੇ ਦੀ ਕਦੋਂ ਦੁੱਖ ਵਿੱਚ ਤਬਦੀਲ ਹੋ ਜਾਂਦੀ ਹੈ। ਜਿਹੜਾ ਬੰਦਾ 5 ਮਿੰਟ ਪਹਿਲਾਂ ਇਹ ਗੱਲ ਕਹਿ ਕੇ ਹਟਿਆ ਵਾ ਵੀ ਹਾਂ, ਜੇ ਕਿਸੇ ਹਾਲ ਪੁੱਛ ਲਿਆ ਵੀ ਕੀ ਹਾਲ ਹੈ, ਬੜੀ ਚੜ੍ਹਦੀ ਕਲਾ ਵਾ, ਅਤੇ 5 ਮਿੰਟ ਬਾਅਦ, 5 ਵੀ ਬਹੁਤ ਨੇ, 2 ਮਿੰਟ ਬਾਅਦ ਕਹਿ ਦਿੰਦਾ ਉਹ ਆਪਣੇ ਦੁੱਖਾਂ ਦੀਆਂ ਪੰਡਾਂ ਮੂਹਰੇ ਖੋਲ੍ਹ ਕੇ ਬਹਿ ਜਾਂਦਾ ਵਾ।
ਵੀ ਮੇਰੇ ਜੀਵਨ 'ਚ ਆਹ ਦੁੱਖ ਨੇ। ਪਰ ਜਿਹੜੇ ਰੱਬ ਦੀ ਇਬਾਦਤ ਕਰਨ ਵਾਲਿਆਂ ਦੀ ਗੱਲ ਹੈ, ਉਹਨਾਂ ਦੇ ਮਨ ਸਦਾ ਚਾਉ ਤੇ ਖੇੜੇ ਵਿੱਚ ਹੁੰਦੇ ਨੇ, ਉਹਨਾਂ ਦੇ ਮਨ ਸਦਾ ਚੜ੍ਹਦੀ ਕਲਾ ਔਰ ਆਨੰਦ ਦੇ ਵਿੱਚ ਹੁੰਦੇ ਨੇ। ਉਹ ਆਨੰਦ, ਜਿਸ ਆਨੰਦ ਦੀ ਗੱਲ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕੀਤੀ। ਸਾਹਿਬ ਨੇ ਕਿਹਾ, ਬੜਿਆਂ ਕੋਲ ਗਏ, ਸੰਸਾਰ ਦੇ ਲੋਕ ਕਹਿ ਰਹੇ ਨੇ ਸਾਨੂੰ ਬੜਾ ਆਨੰਦ, ਸਾਡੇ ਜੀਵਨ 'ਚ ਬੜੀ ਚੜ੍ਹਦੀ ਕਲਾ ਵਾ, ਪਰ ਜਿਹੜਾ ਆਨੰਦ ਮੇਰੇ ਜੀਵਨ ਵਿੱਚ ਆਇਆ ਵਾ ਨਾ, ਇਹ ਆਨੰਦ ਮੇਰੇ ਤੋਂ ਕੋਈ ਖੋਹ ਨਹੀਂ ਜੇ ਸਕਦਾ। ਸਾਹਿਬ ਇੱਥੇ ਕਹਿ ਰਹੇ ਨੇ ਭਗਤ ਜੀ ਵੀ, ਤਾਂ ਕਿ ਸੇਵਕ ਕੋ ਸਦਾ ਆਨੰਦੇ। ਜਿਹੜਾ ਉਸ ਪਰਮੇਸ਼ਰ ਦੀ ਇਬਾਦਤ ਕਰਨ ਵਾਲਾ, ਉਹਦਾ ਭਗਤ ਹੈ, ਉਹਦਾ ਸੇਵਕ ਹੈ, ਉਹਦਾ ਜਨ ਹੈ, ਉਹਦੇ ਜੀਵਨ 'ਚ ਸਦਾ ਦਾ ਆਨੰਦ ਹੈ, ਸਦਾ ਦਾ ਖੇੜਾ ਹੈ, ਸਦਾ ਦਾ ਚਾਉ ਹੈ। ਇਸ ਆਨੰਦ ਨੂੰ ਕੋਈ ਖੋਹ ਨਹੀਂ ਜੇ ਸਕਦਾ। ਉਹ ਆਨੰਦ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ? ਉਹ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਸਾਹਿਬ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਬਿਆਨ ਕਰਦੇ ਹੈ। ਸਾਹਿਬ ਆਖਦੇ ਨੇ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਗੁਰੂ ਦੇ ਪਾਸ ਉਹ ਆਨੰਦ ਦੀ ਪ੍ਰਾਪਤੀ ਹੋਈ, ਜਿਹੜਾ ਆਨੰਦ ਕਿਤੋਂ ਹੋਰ ਨਹੀਂ ਜੇ ਮਿਲਿਆ। ਇਸੇ ਨੂੰ ਭੱਟ ਕੀਰਤ ਜੀ ਵੀ ਇੱਦਾਂ ਬਿਆਨ ਕਰਦੇ ਹੈ ਵੀ, ਬੜਿਆਂ ਕੋਲੇ ਗਏ, ਬੜੇ ਧਰਮੀ ਗੱਲਾਂ ਕਰਨ ਵਾਲੇ ਸਨ, ਪਰ ਰਹਿਤ ਕੋ ਖੁਸ਼ੀ ਨਾ ਆਇਓ। ਜਦੋਂ ਉਹਨਾਂ ਕੋਲ ਥੋੜ੍ਹੇ ਕੁ ਦਿਨ ਰਹੇ, ਜਦੋਂ ਉਹਨਾਂ ਦੀ ਰਹਿਣੀ ਦੇਖੀ, ਉਹਨਾਂ ਦੇ ਜੀਵਨ 'ਚ ਆਨੰਦ ਨਹੀਂ ਸੀ, ਸਿਰਫ ਧਰਮੀ ਗੱਲਾਂ ਹੀ ਸਨ। ਉਹ ਬਾਹਰੋਂ ਹੀ ਮੁੱਖ ਤੋਂ ਗੱਲਾਂ ਧਰਮੀ ਕਰਦੇ ਸਨ, ਅੰਦਰ ਉਹਨਾਂ ਦੇ ਧਰਮ ਨਹੀਂ ਸੀ। ਤੇ ਗੁਰੂ ਕਾ ਸਿੱਖ ਔਰ ਪਰਮੇਸ਼ਰ ਨੂੰ ਪਿਆਰ ਕਰਨ ਵਾਲੇ, ਉਹਦੇ ਨਾਲ ਪ੍ਰੇਮ ਕਰਨ ਵਾਲੇ ਜਿਹੜੇ ਸੇਵਕ ਨੇ ਨਾ, ਜਿਹੜੇ ਉਸ ਮੁਕਤੀ ਦਾਤੇ ਦਾ ਚਿੰਤਨ ਉਹ ਆਪਣੇ ਚੇਤੇ ਵਿੱਚ ਕਰਦੇ ਨੇ, ਸਿਮਰਨ ਆਪਣੇ ਜੀਵਨ ਵਿੱਚ ਲੈ ਕੇ ਆਉਂਦੇ ਨੇ। ਸਾਹਿਬ ਨੇ ਕਿਹਾ, ਤਾਂ ਕਿ ਸੇਵਕ ਕੋ ਸਦਾ ਆਨੰਦੇ। ਸਦਾ ਉਹ ਆਨੰਦ ਦੇ ਵਿੱਚ ਜੀਵਨ ਹੁੰਦਾ, ਭਾਵਾਂ ਦੁੱਖ ਹੈ ਭਾਵਾਂ ਸੁੱਖ ਹੈ, ਉਹ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਆ। ਇਸ ਆਨੰਦ ਦੀ ਵਿਆਖਿਆ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਕਮਾਲ ਕੀਤੀ ਹੈ। ਸਾਹਿਬ ਨੇ ਕਿਹਾ, ਜਿਹੜਾ ਸੇਵਕ ਆ ਨਾ, ਰੱਬ ਦੀ ਇਬਾਦਤ ਕਰਨ ਵਾਲਾ ਜਿਹੜਾ ਜਨ ਹੈ, ਭਗਤ ਹੈ, ਉਹਦੀ ਗੱਲ ਜਦੋਂ ਸਾਹਿਬ ਨੇ ਕੀਤੀ ਤਾਂ ਸਾਹਿਬ ਆਖਦੇ ਨੇ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ, ਵੀ ਰੱਬ ਦਾ ਸੇਵਕ, ਉਹਦਾ ਭਗਤ, ਉਹਦਾ ਜਨ, ਉਹਦੀ ਇਬਾਦਤ ਕਰਨ ਵਾਲਾ ਇੱਦਾਂ ਦਾ ਵਾ, ਉਹ ਰੱਬੀ ਸ਼ਬਦ ਹੈ, ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਨ ਹੈ। ਅੱਗੇ ਜ਼ਿਕਰ ਹੈ, ਨਾ ਨਿੰਦਿਆ ਨਾ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰ ਸੋਗ ਤੇ ਰਹੈ ਨਿਆਰੋ, ਨਾ ਹੀ ਮਾਨ ਅਪਮਾਨਾ। ਭਾਵਾਂ ਕੋਈ ਨਿੰਦਿਆ ਕਰੇ, ਭਾਵਾਂ ਕੋਈ ਚੰਗਾ ਕਵੇ, ਪਰ ਰੱਬ ਦਾ ਸੇਵਕ ਇਹਨਾਂ ਚੀਜ਼ਾਂ ਤੋਂ ਬੜਾ ਉੱਪਰ ਉੱਠ ਖੜਦਾ ਵਾ। ਇਹਨਾਂ ਦਾ ਉਹਦੇ ਤੇ ਅਸਰ ਨਹੀਂ ਜੇ ਹੁੰਦਾ, ਭਾਵਾਂ ਲੋਕ ਸ਼ੋਭਾ ਕਰਦੇ ਪਏ ਨੇ, ਭਾਵਾਂ ਲੋਕ ਵਡਿਆਈਆਂ ਪਏ ਕਰਦੇ ਨੇ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਕਲਮ ਚੁੱਕਦੇ ਹੈ ਨਾ, ਤਾਂ ਸਾਹਿਬ ਜ਼ਿਕਰ ਕੀਤਾ, ਮੈਨੂੰ ਭੂਤਨਾ ਕਹਿਣ ਵਾਲੇ ਵੀ ਬੜੇ ਨੇ, ਮੈਨੂੰ ਬੇਤਾਲਾ ਕਹਿਣ ਵਾਲੇ ਵੀ ਬੜੇ ਨੇ, ਮੈਨੂੰ ਕਹਿੰਦੇ ਨੇ ਇਹ ਆਮ ਜਿਹਾ ਵਾ। ਕੋਈ ਆਖੇ ਭੂਤਨਾ ਕੋ ਕਹੈ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ, ਭਇਆ ਦੇਵਾਨਾ ਸ਼ਾਕਾ ਨਾਨਕ ਬੋਰਾਨਾ। ਕੋਈ ਭੂਤਨਾ ਕਹਿ ਰਿਹਾ। ਭੂਤਨਾ ਕਿੰਨਾ ਲੋਕਾਂ ਨੇ ਕਿਹਾ ਜੀ? ਉਹ ਲੋਕ ਕਹਿਣ ਵਾਲੇ ਨੇ, ਜਿਨ੍ਹਾਂ ਨੂੰ ਸਿੱਧਾ ਬਾਬਾ ਜਾ ਕੇ ਇਹ ਗੱਲ ਆਖ ਦਿੰਦਾ, ਇਹ ਬਾਬਰ ਤੂੰ ਜਾਬਰ ਹੈ। ਉਹ ਲੋਕ ਗੁਰੂ ਨਾਨਕ ਸਾਹਿਬ ਨੂੰ ਭੂਤਨਾ ਕਹਿਣ ਵਾਲੇ ਨੇ, ਜਿਨ੍ਹਾਂ ਨੂੰ ਆਖਿਆ ਗੁਰੂ ਨਾਨਕ ਸਾਹਿਬ ਨੇ, ਕਾਦੀ ਕੂੜ ਬੋਲ ਮਲ ਖਾਈ, ਬਾਮਨ ਨਾਵੇ ਜੀਆਂ ਘਾਈ, ਜੋਗੀ ਜੁਗਤ ਨ ਜਾਣੇ ਅੰਧ, ਤਿਨੇ ਉਜਾੜੇ ਕਾ ਫੰਦ। ਇਹ ਤਿੰਨੋਂ ਦੇ ਤਿੰਨੋਂ ਧਾਰਮਿਕ ਆਗੂ ਨੇ, ਔਰ ਤਿੰਨਾਂ ਨੇ ਹੀ ਉਜਾੜਾ ਇਸ ਸੰਸਾਰ ਦਾ ਕੀਤਾ ਹੋਇਆ ਵਾ। ਜਦੋਂ ਇਹਨਾਂ ਨੂੰ ਬਾਬਾ ਨਾਨਕ ਕਹਿੰਦਾ ਵੀ ਤੁਸੀਂ ਉਜਾੜੇ ਦਾ ਕਾਰਨ ਬਣ ਚੁੱਕੇ ਹੋ, ਤੇ ਇਹ ਫਿਰ ਭੂਤਨਾ ਕਹਿੰਦੇ ਆ। ਕੋਈ ਆਖੇ ਕੋਈ ਆਖੇ ਭੂਤਨਾ ਕੋ ਕਹੈ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ। ਪਰ ਕੋਈ ਅਸਰ ਨਹੀਂ ਹੈ ਇਹਨਾਂ ਲੋਕਾਂ ਦਾ, ਭਾਵਾਂ ਇਹ ਚੰਗਾ ਕਹਿਣ ਭਾਵਾਂ ਇਹ ਮਾੜਾ ਕਹਿਣ, ਕੋਈ ਪ੍ਰਭਾਵ ਨਹੀਂ ਇਹਨਾਂ ਲੋਕਾਂ ਦਾ। ਜਿਹੜਾ ਰੱਬ ਦਾ ਸੇਵਕ ਹੈ, ਉਸ ਪਰਮੇਸ਼ਰ ਦੀ ਇਬਾਦਤ ਕਰਨ ਵਾਲਾ, ਉਹ ਲੋਕਾਂ ਦੀ ਝੂਠੀ ਨਿੰਦਿਆ ਦੀ, ਝੂਠੀ ਸ਼ੋਭਾ ਦੀ ਖੁਸ਼ਾਮਦ ਨਹੀਂ ਕਰਦਾ, ਪਰਵਾਹ ਨਹੀਂ ਕਰਦਾ। ਲੋਕ ਝੂਠੀ ਸ਼ੋਭਾ ਕਰਦੇ ਨੇ, ਪਰ ਜਦੋਂ ਰੱਬ ਦੇ ਘਰ ਦੀ ਗੱਲ ਆਉਂਦੀ ਹੈ ਸੱਜਣਾ, ਉਹਦੀ ਭਗਤੀ ਕਰਕੇ ਦੇਖ, ਉਹਦੇ ਦਰ ਤੇ ਤੂੰ ਸੁਰਖਰੂ ਹੋਵੇਗਾ। ਉਹਦੀ ਇਬਾਦਤ ਕਰਕੇ ਦੇਖ, ਉੱਥੇ ਤੇਰੀ ਸੱਚੀ ਸ਼ੋਭਾ ਹੋਵੇਗੀ, ਉੱਥੇ ਤੂੰ ਸੁਰਖਰੂ ਹੋ ਕੇ ਜਾਏਗਾ, ਤੂੰ ਪ੍ਰਵਾਨ ਹੋਏਗਾ। ਸਾਹਿਬ ਕਹਿ ਰਹੇ ਨੇ, ਤਾਕੇ ਸੇਵਕ ਕੋ ਸਦਾ ਆਨੰਦੇ। ਜਿਹੜਾ ਉਹਦਾ ਸੇਵਕ ਬਣਿਆ, ਉਹਦੇ ਜੀਵਨ 'ਚ ਸਦਾ ਦਾ ਆਨੰਦ ਹੈ, ਫਲ ਗੁਣ, ਜਿਹਦੇ ਵਿੱਚ ਸਾਹਿਬ ਨੇ ਕਿਹਾ
ਬਈ ਜਿਹੜਾ ਫੱਗਣ ਦੇ ਮਹੀਨੇ ਦੀ ਜਦੋਂ ਗੱਲ ਕੀਤੀ ਸਾਹਿਬ, ਉੱਥੇ ਵੀ ਆਨੰਦ ਦੀ ਗੱਲ ਕਰਦੇ ਵੇ। ਹੋਵੇ ਆਨੰਦ ਘਣਾ, ਉਹਨਾਂ ਦੇ ਜੀਵਨ 'ਚ ਘਣਾ ਆਨੰਦ ਹੈ, ਗਿਣਿਆ ਮਿਣਿਆ ਤੋਲਿਆ ਨਹੀਂ ਜਾ ਸਕਦਾ। ਤੇ ਉਸ ਆਨੰਦ ਨੂੰ ਤੱਤੀ ਤਵੀ ਖੋ ਨਹੀਂ ਜੇ ਸਕਦੀ, ਉਸ ਆਨੰਦ ਨੂੰ ਚਰਖੀਆਂ ਨਹੀਂ ਜੇ ਖੋ ਸਕਦੀਆਂ, ਉਸ ਆਨੰਦ ਨੂੰ ਤਿੱਖੀ ਰੰਬੀ ਨਹੀਂ ਜੇ ਹੋ ਸਕਦੀ। ਉਸ ਆਨੰਦ ਨੂੰ ਜਿਹੜਾ ਹੈ ਭਾਵਾਂ ਦੇਗ ਵਿੱਚ ਉਬਾਲ ਦਿੱਤਾ ਜਾਵੇ ਤਾਂ ਵੀ ਖੋਇਆ ਨਹੀਂ ਜੇ ਜਾ ਸਕਦਾ। ਉਹ ਆਨੰਦ ਹੀ ਉਸ ਕਰਤੇ ਨਾਲ ਜੁੜ ਕੇ ਆਉਂਦਾ। ਸੰਸਾਰ ਦੇ ਲੋਕ ਭਾਵਾਂ ਕਹਿ ਦਿੰਦੇ ਆ ਵੀ ਅਸੀਂ ਬੜੀ ਚੜ੍ਹਦੀ ਕਲਾ ਵਿੱਚ ਹਾਂ, ਪਰ ਸੱਜਣਾ ਉਹ ਥੋੜ੍ਹੇ ਸਮੇਂ ਬਾਅਦ ਆਪਣੇ ਦੁੱਖਾਂ ਦੀਆਂ ਪੰਡਾਂ ਖੋਲ੍ਹ ਕੇ ਬਹਿ ਜਾਂਦੇ ਨੇ। ਪਰ ਜਿਹੜੇ ਰੱਬ ਦੀ ਇਬਾਦਤ ਕਰਨ ਵਾਲੇ ਨੇ ਨਾ, ਉਹ ਕਹਿੰਦੇ ਆ ਦੁੱਖ ਵਿੱਚ ਸੂਖ ਮਨਾਈ, ਵੀ ਮਾਲਕ ਦੁੱਖ ਵੀ ਤੇਰਾ ਦਿੱਤਾ ਤੇ ਸੁੱਖ ਵੀ ਤੇਰਾ ਦਿੱਤਾ ਹੀ ਆ। ਇਹ ਭੇਦਾਤ ਤੇਰੀ ਦਾਤਾਰ, ਉਹ ਉਹਨੂੰ ਦਾਤ ਕਰਕੇ ਜੀਵਨ 'ਚ ਮੰਨਦੇ ਨੇ ਜਿਹੜੇ ਉਹਦੀ ਇਬਾਦਤ ਕਰਦੇ ਹੈ। ਸੋ ਸਾਹਿਬ ਇੱਥੇ ਕਹਿ ਰਹੇ ਨੇ ਤਾਂ ਕਿ ਸੇਵਕ ਕੋ ਸਦਾ ਆਨੰਦੇ, ਜਿਹੜੇ ਜੀਵਨ ਵਿੱਚ ਉਸ ਮੁਕਤੀ ਦਾਤੇ ਪਰਮੇਸ਼ਰ ਨੂੰ ਚੇਤੇ ਯਾਦ ਸਿਮਰਨ ਵਿੱਚ ਲੱਗਦੇ ਹੈ ਨਾ, ਸਾਹਿਬ ਨੇ ਕਿਹਾ ਉਹਨਾਂ ਦੇ ਜੀਵਨ ਵਿੱਚ ਸਦਾ ਦਾ ਆਨੰਦ ਹੈ। ਪਹਿਲੇ ਬੰਦ ਵਿੱਚ ਭਗਤ ਰਵਿਦਾਸ ਜੀ ਜ਼ਿਕਰ ਕਰ ਰਹੇ ਨੇ, ਮੁਕੰਦ ਮੁਕੰਦ ਜਪਹੁ ਸੰਸਾਰ। ਮੁਕਤੀ ਦਾਤੇ ਨੂੰ ਜਪਣ ਵਾਲਾ ਸੰਸਾਰ ਹੈ। ਸੰਸਾਰ ਦੇ ਲੋਕੋ ਉਸ ਰੱਬ ਨੂੰ ਚੇਤੇ ਕਰੋ ਜਿਹੜਾ ਮੁਕਤੀ ਦਾ ਦਾਤਾ ਵਾ, ਜਿਹੜਾ ਬੰਧਨਾਂ ਤੋਂ ਮੁਕਤ ਕਰੇਗਾ, ਜਿਹੜਾ ਤੇਰੇ ਜੀਵਨ ਵਿੱਚ ਜਿਹੜੇ ਮਾੜੇ ਕਰਮ ਨੇ ਇਹਨਾਂ ਕਰਮਾਂ ਤੋਂ ਤੈਨੂੰ ਮੁਕਤ ਕਰੇਗਾ, ਉਹਨੂੰ ਸਦਾ ਚੇਤੇ ਕਰ। ਹੁਣ ਮਨ ਵਿੱਚ ਕਲੇਸ਼ ਚੱਲ ਰਿਹਾ, ਇਹ ਸਾਨੂੰ ਬੰਧਨ ਵਿੱਚ ਪਾ ਰਿਹਾ ਵਾ, ਤੇ ਸਾਹਿਬ ਨੇ ਕਿਹਾ ਚਾਹੁੰਨਾ ਮਨ ਦੇ ਕਲੇਸ਼ ਨੂੰ ਦੂਰ ਕਰਨਾ, ਉਹਦੇ ਲਈ ਰੱਬ ਨੂੰ ਚੇਤੇ ਕਰ। ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਕੱਲ ਕਲੇਸ਼ ਤਨ ਮਾਹੀ ਮਿਟਾਵੋਂ। ਤੇਰੇ ਜੀਵਨ 'ਚੋਂ ਦੂਰ ਹੋਵੇਗਾ ਜਦੋਂ ਉਹਨੂੰ ਚੇਤੇ ਕੀਤਾ। ਤੇ ਸੱਚੇ ਜਿਹੜੇ ਉਹਦੀ ਇਬਾਦਤ ਕਰਨ ਵਾਲੇ, ਉਹ ਆਪਣੇ ਆਪ ਦੇ ਵਿੱਚ ਉਹਨਾਂ ਦੇ ਹਿਰਦੇ, ਉਹਨਾਂ ਦੇ ਮਨ ਉਹਦੇ ਸਿਮਰਨ, ਉਹਦੇ ਸੱਚ ਨਾਲ ਇੰਨੇ ਕੁ ਭਰ ਚੁੱਕੇ ਨੇ ਕਿ ਜੀਵਨ ਵਿੱਚ ਉਲਾਮਿਆਂ ਨੂੰ ਜਗ੍ਹਾ ਹੀ ਨਹੀਂ ਜੇ ਮਿਲਦੀ। ਪਰ ਮਨ ਵਿੱਚ ਕੁਝ ਐਸੀ ਖਾਲੀ ਜਗ੍ਹਾ ਸਪੇਸ ਹੀ ਨਹੀਂ ਹੈ ਵੀ ਜਿੱਥੇ ਉਹ ਦੁੱਖ ਪਾ ਸਕਦਾ। ਕਹਿਣ ਤੋਂ ਭਾਵ ਵੀ ਉਲਾਮੇ ਉਹ ਰੱਖ ਸਕੇ, ਇੱਦਾਂ ਦੀ ਕੋਈ ਜਗ੍ਹਾ ਹੀ ਨਹੀਂ ਜੇ ਬਚਦੀ ਮਨ ਵਿੱਚ। ਕਾਰਨ ਉਹਦੀ ਇਬਾਦਤ ਵਿੱਚ ਜੁੜੇ ਹੋਏ, ਉਹਦੀ ਬੰਦਗੀ ਕਰਨ ਵਾਲੇ ਸੇਵਕ ਬਣ ਗਏ। ਹੁਣ ਮਨ ਵਿੱਚ ਸਪੇਸ ਨਹੀਂ ਹੈ, ਕੀ ਹੈ ਮਨ ਵਿੱਚ? ਆਨੰਦ ਹੀ ਆਨੰਦ ਹੈ, ਭਾਵਾਂ ਦੁੱਖ ਹੈ ਭਾਵਾਂ ਸੁੱਖ ਹੈ। ਦੁੱਖ ਮੰਗਦਾ ਥੋੜ੍ਹੀ ਹੈ ਕੋਈ, ਪਰ ਸਾਹਿਬ ਨੇ ਕਿਹਾ ਸੁੱਖ ਮੰਗਤ ਦੁੱਖ ਅੱਗੇ ਆਵੇ। ਮੰਗਦਾ ਬੰਦਾ ਸੁੱਖ ਪਿਆ ਵਾ, ਪਰ ਜੀਵਨ ਵਿੱਚ ਦੁੱਖ ਆ ਰਹੇ ਨੇ। ਸਾਹਿਬ ਨੇ ਕਿਹਾ ਸੱਜਣਾ ਦੁਨਿਆਵੀ ਪਦਾਰਥ ਅੱਜ ਤੇਰੇ ਜੀਵਨ 'ਚ ਬੜੇ ਸੁਖਦਾਇਕ ਨੇ, ਪਰ ਇਹ ਸਮਾਂ ਆਪਣੀ ਕਰਵਟ ਲਵੇਗਾ, ਤਬਦੀਲੀ ਆਵੇਗੀ। ਇਹੀ ਉਹ ਸੁੱਖ ਦੁੱਖ ਵਿੱਚ ਵੀ ਤਬਦੀਲ ਹੋਵੇਗਾ। ਜੇ ਗੁਆਂਢੀ ਦੇ ਘਰ ਦੁੱਖ ਹੈ, ਉਹ ਤੇਰੇ ਘਰ ਵੀ ਆ ਸਕਦਾ। ਜੇ ਅੱਜ ਤੇਰੇ ਘਰ ਸੁੱਖ ਹੈ, ਉਹ ਤੇਰੇ ਘਰ ਗੁਆਂਢੀ ਘਰ ਵੀ ਚਲਿਆ ਜਾ ਸਕਦਾ। ਬਾਬਾ ਫਰੀਦ ਜੀ ਬਾਕਮਾਲ ਕਹਿੰਦੇ ਹੈ, ਪਾਰ ਉਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ। ਜਿਹੜਾ ਤੇਰੇ ਗੁਆਂਢੀ ਘਰ ਹੋਇਆ ਸੱਜਣਾ, ਤੂੰ ਆਪਣੇ ਘਰ ਵੀ ਜਾਨ, ਵੀ ਉਹਦੇ ਘਰ ਦੁੱਖ ਹੈ, ਤੇਰੇ ਘਰ ਵੀ ਆਉਣ ਵਾਲਾ ਵਾ। ਇਹ ਨਾ ਕਹਿ ਵੀ ਅੱਜ ਮੈਂ ਬੜਾ ਆਨੰਦ 'ਚ ਹਾਂ, ਉਹ ਬੜਾ ਦੁਖੀ ਹੈ। ਸੱਜਣਾ ਇਹ ਕੁਛ ਨਹੀਂ ਪਤਾ ਉਸ ਰੱਬ ਦੇ ਘਰ ਦਾ, ਵੀ ਸੱਜਣਾ ਜਿਹੜਾ ਅੱਜ ਤੇਰੇ ਘਰ ਸੁੱਖ ਹੈ, ਉਹ ਤੇਰੇ ਦੂਜੇ ਘਰ ਵੀ ਜਾ ਸਕਦਾ, ਗੁਆਂਢੀ ਘਰ ਵੀ ਜਾ ਸਕਦਾ। ਸੱਚਾਈ ਹੈ ਪਾਰੂਸੀ ਕੇ ਜੋ ਹੁਆ, ਪਾਰੂਸੀ ਭਾਵ ਗੁਆਂਢੀ, ਤੂੰ ਆਪਣੇ ਵੀ ਜਾਨ। ਜਿਵੇਂ ਸਾਹਿਬ ਆਖਦੇ ਨੇ, ਮੌਤ ਦੀ ਗੱਲ ਜਦੋਂ ਸਾਹਿਬ ਨੇ ਕੀਤੀ, ਸਾਹਿਬ ਨੇ ਕਿਹਾ ਦੁਸ਼ਮਣ ਦੀ ਹੁੰਦੀ ਮੌਤ ਨੂੰ ਦੇਖ ਕੇ ਬੰਦਾ ਬੜਾ ਹੱਸਦਾ, ਬੜਾ ਖੁਸ਼ ਹੁੰਦਾ। ਸਾਹਿਬ ਨੇ ਕਿਹਾ ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ, ਸੱਦਨ ਹਾਰਾ ਸਿਮਰੀਐ, ਨਾਨਕ ਸੇ ਦੇਹ ਅਵਨ। ਸੱਜਣਾ ਉਹ ਦਿਨ ਆਉਣ ਵਾਲਾ, ਅੱਜ ਕਿਸੇ ਦੂਜੇ ਘਰ ਸੱਦਾ ਆਇਆ, ਕੱਲ ਤੇਰੇ ਘਰ ਵੀ ਆ ਸਕਦਾ। ਇਸ ਕਰਕੇ ਉਸ ਰੱਬ ਨੂੰ ਸਦਾ ਚੇਤੇ ਰੱਖੀਏ, ਯਾਦ ਕਰੀਏ, ਉਹਦੇ ਸਿਮਰਨ 'ਚ ਲੱਗੀਏ। ਮੱਲ ਕਹਿ ਰਹੇ ਨੇ ਬਿਨ ਮੁਕੰਦ ਤਨ ਹੋਏ ਔਹਾਰ। ਔਹਾਰ ਭਾਵ ਇਹ ਵਿਅਰਥ ਦਾ ਤਨ ਹੈ ਜੇ ਇਹਦੇ ਵਿੱਚ ਇਬਾਦਤ ਨਹੀਂ ਹੈ। ਜਿਨ੍ਹਾਂ ਸਰੀਰਾਂ ਵਿੱਚ ਉਸ ਰੱਬ ਦਾ ਸਿਮਰਨ ਨਹੀਂ, ਮਾਲਕ ਨੇ ਕਿਹਾ ਉਹ ਸ਼ਮਸ਼ਾਨ ਭੂਮੀ ਦੀ ਨਿਆਈ ਨੇ। ਜਿਨ੍ਹਾਂ ਘਰਾਂ ਵਿੱਚ ਰੱਬ ਚੇਤੇ ਨਹੀਂ, ਜਿਨ੍ਹਾਂ ਘਰਾਂ ਵਿੱਚ ਉਸ ਰੱਬ ਪਰਮੇਸ਼ਰ ਦੀ ਇਬਾਦਤ ਨਹੀਂ, ਮਾਲਕ ਨੇ ਕਿਹਾ ਉਹ ਘਰ ਇੱਕ ਸ਼ਮਸ਼ਾਨ ਘਾਟ ਦੀ ਤਰ੍ਹਾਂ ਨੇ। ਉਸ ਘਰ ਦੇ ਵਿੱਚ ਪੁੱਤ ਜਨੂਰਾ, ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਉਸ ਘਰ ਵਿੱਚ ਜਿੰਨ ਭੂਤ ਪ੍ਰੀਤਾਂ ਰਹਿ ਰਹੇ ਨੇ ਜਿੱਥੇ ਰੱਬ ਦੀ ਇਬਾਦਤ ਨਹੀਂ ਹੈ।
ਸੋ ਸਾਹਿਬ ਕਹਿ ਰਹੇ ਨੇ, ਬਿਨ ਮੁਕੰਦ ਤਨ ਹੋਏ ਔਹਾਰ। ਉਸ ਰੱਬ ਦੀ ਯਾਦ, ਉਸ ਮੁਕਤੀ ਦਾਤੇ ਨੂੰ ਜੇ ਨਹੀਂ ਚੇਤੇ ਕਰਦਾ, ਆ ਜੀਵਨ ਤੇਰਾ ਵਿਅਰਥ ਹੀ ਹੈ। ਅਗਲੇ ਬਚਨ ਸਾਹਿਬ ਨੇ ਕੀਤੇ, ਸੋਈ ਮੁਕੰਦ ਮੁਕਤ ਕਾ ਦਾਤਾ। ਉਹ ਪਰਮੇਸ਼ਰ ਹੀ ਮੁਕਤੀ ਦਾ ਦਾਤਾ ਹੈ। ਸੋਈ ਮੁਕੰਦ ਹਮਰਾ ਪਿਤ ਮਾਤਾ। ਉਹ ਮੁਕਤੀ ਦਾਤਾ ਮੇਰੀ ਮਾਂ ਹੈ, ਮੇਰਾ ਪਿਤਾ ਹੈ। ਭਗਤ ਰਵਿਦਾਸ ਜੀ ਕਹਿ ਰਹੇ ਨੇ, ਮੈਂ ਉਹਦਾ ਪੁੱਤਰ ਹਾਂ, ਉਹ ਮੇਰਾ ਪਿਤਾ, ਉਹ ਮੇਰਾ ਮਾਤਾ। ਜਿਵੇਂ ਸਾਹਿਬ ਆਖਦੇ ਨੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਇਸੇ ਤਰ੍ਹਾਂ ਇੱਥੇ ਭਗਤ ਜੀ ਨੇ ਸ਼ਬਦ ਵਰਤੇ ਨੇ ਵੀ ਇਹ ਸੰਸਾਰ ਦੇ ਲੋਕੋ, ਮੇਰਾ ਪਿਤਾ ਪਰਮੇਸ਼ਰ, ਮੇਰੀ ਮਾਂ ਪਰਮੇਸ਼ਰ ਹੈ। ਇੱਥੇ ਜ਼ਿਕਰ ਹੈ, ਸੋਈ ਮੁਕੰਦ ਹਮਰਾ ਪਿਤ ਮਾਤਾ। ਮੈਂ ਉਹਦਾ ਪੁੱਤਰ ਹਾਂ, ਮੈਂ ਉਹਦਾ ਬਾਲਕ ਹਾਂ, ਜਿਹਨੂੰ ਸਾਹਿਬ ਨੇ ਇੱਦਾਂ ਵੀ ਕਿਹਾ ਵਾ ਨਾ, ਏਕ ਪਿਤਾ ਏਕ ਸਕੇ ਹਮ ਬਾਰਿਕ। ਬੱਚਾ ਬਣਨਾ ਬੜਾ ਔਖਾ ਵਾ, ਬਾਲਕ ਬਣਨਾ ਬੜਾ ਔਖਾ ਵਾ। ਜੇ ਕੋਈ ਕਹੇ ਮੈਂ ਬਾਲਕ ਬਣ ਜਾਵਾਂਗਾ, ਮਨ ਕਰਕੇ ਬੱਚਾ ਬਣਨਾ ਬੜਾ ਔਖਾ ਵਾ। ਜਿਹੜੀ ਸ਼ਰਾਰਤ ਬੱਚਾ ਕਰ ਸਕਦਾ, ਉਹ ਵੱਡਾ ਨਹੀਂ ਜੇ ਕਰ ਸਕਦਾ। ਤੇ ਸਾਹਿਬ ਨੇ ਕਿਹਾ, ਸੱਜਣਾ ਬੱਚਾ ਬਣ ਕੇ ਮੇਰੇ ਦਰ ਤੇ ਆ, ਬਾਲਕ ਬਣ ਕੇ ਇਸ ਦਰ ਤੇ ਜਿੱਦਣ ਆਏ ਸੱਜਣਾ ਉਦਣ ਪ੍ਰਵਾਨ ਹੋਵਾਂਗੇ। ਮਾਲਕ ਕਿਹਾ, ਏਕ ਪਿਤਾ ਏਕ ਸਕੇ ਹਮ ਬਾਰਿਕ। ਉੱਥੇ ਬਾਰਿਕ ਸ਼ਬਦ ਵਰਤਿਆ ਵਾ, ਤੂੰ ਮੇਰਾ ਗੁਰ ਹਾਈ। ਤੇ ਜਿਹੜੇ ਬਾਲਕ ਬਣ ਕੇ ਆਏ ਉਹ ਇਸ ਦਰ ਤੇ ਕਬੂਲ ਹੋ ਗਏ। ਮਾਲਕ ਕੇ ਅੱਗੇ ਜ਼ਿਕਰ ਕੀਤਾ, ਸੋਈ ਮੁਕੰਦ ਹਮਰਾ ਪਿਤ ਮਾਤਾ। ਮੈਂ, ਮੇਰਾ ਮਾਂ ਪਿਓ ਪਰਮੇਸ਼ਰ ਹੈ। ਅਗਲੇ ਬੰਦ ਵਿੱਚ ਕਿਹਾ, ਮੁਕੰਦ ਹਮਾਰੇ ਪ੍ਰਾਨੰ। ਉਹ ਮੁਕਤੀ ਦਾਤੇ ਨੇ ਮੈਨੂੰ ਪ੍ਰਾਨ ਦਿੱਤੇ ਨੇ, ਉਹਦੇ ਕਰਕੇ ਮੈਂ ਜਿਉਂਦਾ। ਜਪ ਮੁਕੰਦ ਮਸਤਕ ਨਿਸ਼ਾਨਕ। ਜਦੋਂ ਮੈਂ ਮੁਕਤੀ ਦਾਤੇ ਨੂੰ ਚੇਤੇ ਕੀਤਾ, ਮੇਰੇ ਜੀਵਨ ਦੇ ਭਾਗ ਵੱਡੇ ਹੋਏ, ਉੱਤਮ ਹੋਏ, ਮੇਰੇ ਮਸਤਕ ਦੇ ਭਾਗ ਜਾਗ ਗਏ। ਜਿਹਨੂੰ ਭੱਟ ਸਾਹਿਬਾਨ ਐਵੇਂ ਕਹਿੰਦੇ ਆ, ਜਬ ਲਓ ਨੀ ਭਾਗ ਲਿਲਾਰ ਉਦੈ, ਤਬ ਲਓ ਭ੍ਰਮ ਤੇ ਫਿਰਤੇ ਬਹੁ ਧਾਇਓ। ਕਲ ਘੂਰ ਸਮੁੰਦਰ ਮੈਂ ਬੂੜਤ ਥੇ, ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਜਹ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਸੋ ਸਾਹਿਬ ਇੱਥੇ ਭਗਤ ਜੀ ਕਹਿ ਰਹੇ ਨੇ, ਜਪ ਮੁਕੰਦ ਮਸਤਕ ਨਿਸ਼ਾਨ। ਜਦੋਂ ਤੱਕ ਮਸਤਕ ਦੇ ਭਾਗ ਨਹੀਂ ਸੀ ਜਾਗੇ, ਅਸੀਂ ਡੁੱਬੇ ਫਿਰਦੇ ਸੀ। ਪਰ ਜਦੋਂ ਉਹਦੀ ਰਹਿਮਤ ਹੋਈ, ਭਾਗ ਜਾਗੇ, ਅਸੀਂ ਉਹਦੇ ਦਰ ਤੇ ਕਬੂਲ ਹੋ ਗਏ। ਜਪ ਮੁਕੰਦ ਮਸਤਕ ਨਿਸ਼ਾਨ, ਸੇਵ ਮੁਕੰਦ ਕਰੈ ਬੈਰਾਗੀ। ਬੈਰਾਗੀ ਸ਼ਬਦ ਇਹ ਅਕਸਰ ਉਹਨਾਂ ਬੈਰਾਗੀ ਸਾਧੂਆਂ ਲਈ ਵੀ ਵਰਤਿਆ ਜਾਂਦਾ। ਇੱਕ ਬੈਰਾਗ ਦੀ ਗੱਲ ਸਾਹਿਬ ਨੇ ਇੱਦਾਂ ਵੀ ਕੀਤੀ, ਤੂੰ ਮਨ ਕਰਕੇ ਬੈਰਾਗੀ ਹੋ। ਬੈਰਾਗੀ ਭਾਵ ਮਨ ਵਿੱਚ ਉਸ ਪਰਮੇਸ਼ਰ ਦੀ ਯਾਦ ਲੈ ਕੇ ਆ, ਉਹਨੂੰ ਚੇਤੇ ਕਰ, ਉਹਦਾ ਚਿੰਤਨ ਕਰ, ਉਹਨੂੰ ਯਾਦ ਕਰ। ਅੱਗੇ ਜ਼ਿਕਰ ਹੈ, ਸੇਵ ਮੁਕੰਦ ਕਰੇ ਬੈਰਾਗੀ, ਸੋਈ ਮੁਕੰਦ ਦੁਰਵਲ ਧਨ ਲਾਦੀ। ਜਿਹੜਾ ਦੁਰਲੱਭ ਧਨ ਹੈ ਨਾ, ਜਿਹੜਾ ਧਨ ਮੈਨੂੰ ਅੱਜ ਵੀ ਮੇਰੇ ਜੀਵਨ 'ਚ ਸੁੱਖ ਦੇਵੇਗਾ ਤੇ ਮੇਰੀ ਮੌਤ ਤੋਂ ਬਾਅਦ ਵੀ ਮੈਨੂੰ ਸੁੱਖ ਦੇਵੇਗਾ। ਮਾਲਕ ਨੇ ਕਿਹਾ, ਸਾਚਾ ਧਨ ਗੁਰਮਤੀ ਪਾਈ, ਕੱਚਾ ਧਨ ਫੁਨ ਆਵੇ ਜਾਈ। ਕੱਚਾ ਧਨ ਅਸੀਂ ਸਾਰੇ ਇਕੱਤਰ ਕਰ ਰਹੇ ਹਾਂ, ਸਾਡੇ ਬੈਂਕ ਬੈਲੈਂਸ ਸਾਰਿਆਂ ਦੇ ਬੜੇ ਆਪਣੇ, ਸਭਨਾਂ ਦੇ ਭਰੇ ਹੋਏ ਨੇ, ਜਾਂ ਕਹਿ ਲਈਏ ਜੇ ਨਹੀਂ ਭਰੇ ਤਾਂ ਹੈ ਬਹੁਤ ਕੁਝ ਸਾਡੇ ਕੋਲ ਖਰਚਣ ਦੇ ਲਈ। ਪਰ ਜਦੋਂ ਆਤਮਿਕ ਰੱਬੀ ਗੁਨਾਹ ਦੇ ਧਨ ਦੀ ਗੱਲ ਆਉਂਦੀ ਹੈ ਨਾ, ਇੱਥੇ ਸਾਡਾ ਬੈਲੈਂਸ ਬੜਾ ਲੋਅ ਹੋ ਜਾਂਦਾ ਵਾ। ਲੋਅ ਕੀ, ਜ਼ੀਰੋ 'ਤੇ ਹੀ ਖੜਾ ਵਾ। ਜਦੋਂ ਰੱਬੀ ਗੁਨਾਹ ਦੀ ਗੱਲ ਕਰੀਏ, ਇੱਥੇ ਕੁਛ ਵੀ ਨਹੀਂ ਸਾਡੇ ਜੀਵਨ 'ਚ। ਮਾਲਕ ਨੇ ਕਿਹਾ, ਜਦੋਂ ਮੁਕਤੀ ਦਾਤੇ ਨੂੰ ਚੇਤੇ ਕਰੇਗਾ, ਰੱਬੀ ਗੁਨਾਹ ਦਾ ਧਨ, ਇਹ ਬੈਲੈਂਸ ਤੇਰਾ ਜਿਹੜਾ ਵਾ ਬੜਾ ਅਪ ਹੋ ਜਾਵੇਗਾ, ਭਰਿਆ ਜਾਏਗਾ। ਸਾਹਿਬ ਇੱਥੇ ਕਹਿ ਰਹੇ ਨੇ, ਦੁਰਵਲ ਧਨ ਲਾਦੀ। ਕਿਹਨੂੰ ਮਿਲ ਕੇ? ਉਸ ਮੁਕਤੀ ਦਾਤੇ ਪਰਮੇਸ਼ਰ ਨੂੰ ਮਿਲ ਕੇ। ਦੁਰਵਲ ਧਨ ਲਾਦੀ, ਏਕ ਮੁਕੰਦ ਕਰੇ ਉਪਕਾਰ। ਉਹ ਮੁਕੰਦ ਮੁਕਤੀ ਦਾਤਾ ਜਿਹੜਾ ਵਾ ਨਾ, ਬੜੇ ਉਪਕਾਰ ਕਰਦਾ ਬੰਦਿਆ ਤੇਰੇ ਤੇ, ਬੜੇ ਕੀਤੇ ਨੇ। ਬੜੇ ਐਸੇ ਸੀ ਜਿਹੜੇ ਮੁੱਚ ਗਰਭ ਕੀਏ, ਬਹੁਤ ਉਹ ਸੀ ਜਿਹੜੇ ਗਰਭ ਵਿੱਚ ਹੀ ਮਾਰੇ ਗਏ, ਖਤਮ ਹੋ ਗਏ, ਜੀਵਨ ਖਤਮ ਹੋ ਗਿਆ। ਪਰ ਸੱਜਣਾ, ਤੈਨੂੰ ਪਰਮੇਸ਼ਰ ਨੇ ਜੀਵਨ ਦਾਨ ਦੇ ਕੇ ਸੰਸਾਰ ਵਿੱਚ ਭੇਜਿਆ। ਕਿੱਡਾ ਉਪਕਾਰ ਹੈ। ਸਵਾਸ ਦੇ ਕੇ ਭੇਜਿਆ, ਕਿੱਡਾ ਉਪਕਾਰ ਹੈ। ਨੇਤਰਾਂ 'ਚ ਸੇਜਲ ਹੈ, ਦੇਖਣ ਦੀ ਜੋਤ ਹੈ, ਕਿੱਡਾ ਉਪਕਾਰ ਹੈ। ਸਾਹਿਬ ਕਹਿ ਰਹੇ ਨੇ, ਉਹ ਮੁਕਤੀ ਦਾਤਾ ਜਿਹੜਾ ਵਾ ਨਾ, ਏਕ ਮੁਕੰਦ ਕਰੇ ਉਪਕਾਰ, ਹਮਰਾ ਕਹਾਂ ਕਰੇ ਸੰਸਾਰ।
ਸਾਹਿਬ ਨੇ ਕਿਹਾ ਸੰਸਾਰ ਦੇ ਲੋਕ ਜਿਹੜੇ ਨੇ ਸੇਵਕ ਜੇ ਕੋਈ ਆਖ ਵੀ ਦਵੇ ਗੱਲ ਉਹਦੇ 7 ਹੋ ਜਾਂਦੇ ਨੇ। ਮੇਟੀ ਜਾਤ ਖੁਏ ਦਰਬਾਰ। ਸੰਸਾਰ ਦੇ ਲੋਕ ਜਾਤਾਂ ਪਿੱਛੇ ਪਏ ਹੋਏ ਨੇ, ਪਰ ਜਦੋਂ ਮੈਂ ਆਪਣੀ ਜਾਤ ਦੀ ਗੱਲ ਕਰਦਾ ਵਾਂ, ਮੈਂ ਪਰਮੇਸ਼ਰ ਦੇ ਦਰ 'ਤੇ ਕਬੂਲ ਹੋਣ ਵਾਲਾ ਭਗਤ, ਉਹਦੇ ਦਰਬਾਰ ਸੁਰਖਰੂ ਹੋਣ ਵਾਲਾ ਵਾਂ। ਫਿਰ ਸਾਹਿਬ ਨੇ ਅੱਗੇ ਕਿਹਾ ਤੂੰ ਹੀ ਮਕੰਦ ਜੋਗ ਜੁਗਤਾਰ। ਤੂੰ ਜਿਹੜਾ ਐਸਾ ਮੁਕਤੀ ਦਾਤਾ ਵਾਂ ਜਿਹੜਾ ਜੁੜੇ ਹੋਇਆਂ ਨੂੰ ਜੁਗਾਂ ਤੋਂ ਤਾਰਦਾ ਆ ਰਿਹਾ ਵਾ। ਜੋਗ ਭਾਵ ਜੁੜੇ ਹੋਏ, ਜੁਗ ਭਾਵ ਜਿਹੜੇ ਯੁੱਗ ਨੇ, ਤਾਰ ਭਾਵ ਜੁੜੇ ਹੋਇਆਂ ਨੂੰ ਜੁਗਾਂ ਤੋਂ ਤੂੰ ਤਾਰਦਾ ਆ ਰਿਹਾ ਵਾ। ਸਾਹਿਬ ਅੱਗੇ ਕਿਹਾ ਉਪਜਿਓ ਗਿਆਨ ਹੁਆ ਪ੍ਰਕਾਸ਼। ਜਿਹੜੇ ਉਸ ਮੁਕਤੀ ਦਾਤੇ ਨਾਲ ਮਿਲੇ ਉਹਨਾਂ ਦੇ ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੋਇਆ। ਕਰ ਕਿਰਪਾ ਲੀਨੇ ਕੀਟ ਦਾਸ। ਤੇਰੀ ਕਿਰਪਾ ਹੋਈ, ਸਾਨੂੰ ਕੀੜਿਆਂ ਨੂੰ ਤੂੰ ਆਪਣੀ ਭਗਤੀ ਵਿੱਚ ਲਾ ਕੇ ਦਾਸ ਬਣਾ ਲਿਆ, ਸੇਵਕ ਬਣਾ ਲਿਆ। ਕਰ ਕਿਰਪਾ ਕੀਨੋ ਕੀਟ ਦਾਸ। ਤੂੰ ਕਿਰਪਾ ਕੀਤੀ, ਸਾਨੂੰ ਕੀੜਿਆਂ ਨੂੰ ਆਪਣੇ ਦਾਸ ਬਣਾ ਲਿਆ। ਕਹਿ ਰਵਿਦਾਸ ਅਬ ਤ੍ਰਿਸ਼ਨਾ ਚੁੱਕੀ। ਹੁਣ ਮੇਰੇ ਜੀਵਨ 'ਚ ਭਗਤ ਜੀ ਕਹਿ ਰਹੇ ਨੇ ਤ੍ਰਿਸ਼ਨਾ ਨਹੀਂ ਜਿਹੜੀ, ਕਾਰਨ ਇਬਾਦਤ ਕਰਨ ਵਾਲਾ ਬਣ ਗਿਆ। ਕਹਿ ਰਵਿਦਾਸ ਅਬ ਤ੍ਰਿਸ਼ਨਾ ਚੁੱਕੀ, ਜਪ ਮੁਕੰਦ ਸੇਵਾ ਤਾਹੂ ਕੀ। ਜਦੋਂ ਇਹ ਪਰਮੇਸ਼ਰ ਤੇਰੇ ਹੁਕਮ ਤੇਰੀ ਰਜ਼ਾ ਵਿੱਚ ਚੱਲ ਕੇ ਤੇਰੀ ਸੇਵਾ ਵਿੱਚ ਲੱਗਿਆ, ਤੇਰੀ ਇਬਾਦਤ ਤੇਰੀ ਭਗਤੀ ਵਿੱਚ ਲੱਗਿਆ, ਉਦੋਂ ਮੇਰੀ ਤ੍ਰਿਸ਼ਨਾ ਮੁੱਕੀ ਹੈ, ਇਹ ਖਤਮ ਹੋ ਗਈ। ਹੁਣ ਮੇਰੇ ਜੀਵਨ 'ਚ ਤ੍ਰਿਸ਼ਨਾ ਦੀ ਅੱਗ ਨਹੀਂ ਹੈ। ਸੋ ਭਗਤ ਜੀ ਇਸ ਮੁਬਾਰਕ ਸ਼ਬਦ ਵਿੱਚ ਸੇਵਕ ਜਿਹੜਾ ਹੈ ਉਹਦਾ ਸੁਭਾਅ ਕਿੱਦਾਂ ਦਾ ਵਾ, ਉਹਨੂੰ ਬਿਆਨ ਕਰਦੇ ਹੋਏ ਇਹ ਕਹਿ ਰਹੇ ਨੇ ਵੀ ਸੱਜਣਾ ਜਿੱਦਣ ਰੱਬ ਨੂੰ ਚੇਤੇ ਕਰੇਗਾ ਮਸਤਕ ਦੇ ਭਾਗ ਜਾਗ ਜਾਣਗੇ, ਤੇ ਜਿੱਦਣ ਮਸਤਕ ਦੇ ਭਾਗ ਜਾਗਣਗੇ ਨਾ, ਫਿਰ ਸਾਹਿਬ ਆਖਦੇ ਨੇ ਧੰਨੈ ਧਨ ਪਾਇਆ ਧਰਨੀ ਤਰ, ਮਿਲ ਹਰ ਜਨ ਸੰਤ ਸਮਾਨਿਆ। ਜਾਂ ਸਾਹਿਬ ਆਖਦੇ ਨੇ ਜਿਵੇਂ ਭਗਤਾਂ ਦੇ ਜੀਵਨ ਨੂੰ ਦੇਖ ਕੇ ਭਗਤ ਧੰਨਾ ਜੀ ਭਗਤੀ ਇਬਾਦਤ ਕਰਨ ਵਾਲੇ ਬਣੇ, ਇਸੇ ਤਰ੍ਹਾਂ ਸੱਜਣਾ ਜਦੋਂ ਤੂੰ ਸੰਤ ਜਨਾਂ ਦਾ ਸੰਗੀ ਮੇਲੀ ਹੋਏਗਾ ਨਾ, ਤਾਂ ਤੂੰ ਵੀ ਇਬਾਦਤ ਕਰਨ ਵਾਲਾ ਭਗਤ ਸੇਵਕ ਦਾਸ ਬਣ ਜਾਏਗਾ। ਤੇ ਸਾਹਿਬ ਕਹੇ ਜਿੱਦਣ ਉਹਦਾ ਭਗਤ ਬਣ ਗਿਆ, ਤੇਰੇ ਜੀਵਨ 'ਚ ਆਨੰਦ ਚਾਉ ਖੇੜਾ ਇਹ ਸਦਾ ਲਈ ਆ ਜਾਣਗੇ। ਫਿਰ ਉਹ ਆਨੰਦ ਨੂੰ ਕੋਈ ਤੇਰੇ ਤੋਂ ਵੱਖ ਨਹੀਂ ਕਰ ਸਕਦਾ। ਜਿੱਦਣ ਉਹ ਆਨੰਦ ਆਇਆ, ਜੀਵਨ ਸੁਖੀ ਸੁਖੇਲਾ ਆਨੰਦਮਈ ਹੋਵੇਗਾ। ਤੇਰੇ ਲੋਕ ਸੁਖੀਏ ਪਰ ਲੋਕ ਸੁਖੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਹੋਣਗੇ। ਗੁਰੂ ਕਿਰਪਾ ਕਰੇ। ਰੱਬੀ ਵਚਨ ਵਿਚਾਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ। ਅਖੀਰ ਬਖਸ਼ੋ ਅਸੀਸ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।